ਸਾਂਝੇ ਪੰਜਾਬ ਦੇ ਉੱਤੇ FN ਪ੍ਰੋਡਕਸ਼ਨ ਦੇ ਉੱਤੇ ਆਪ ਸਭ ਨੂੰ ਹਰਪ੍ਰੀਤ ਸਿੰਘ ਤੂਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸ਼ਲੋਮ। ਮੈਨੂੰ ਪਤਾ ਹੈ ਵੀ ਤੁਸੀਂ ਸਾਰੇ ਹੀ ਜਿਹੜੇ ਦਰਸ਼ਕ ਇਸ ਵੇਲੇ ਇਹ ਸ਼ੋਅ ਵਾਚ ਕਰ ਰਹੇ ਹੋ, ਉਹਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਇੱਕ ਚੀਜ਼ ਜ਼ਰੂਰ ਚੱਲ ਰਹੀ ਹੈ ਵੀ ਰਿਜ਼ਲਟ ਕਿਉਂ ਨਹੀਂ ਆ ਰਹੇ। ਵੋਟਾਂ ਜਿਹੜੀਆਂ ਉਹ ਮੰਗਲਵਾਰ ਪਈਆਂ ਸੀ, ਵੋਟਾਂ ਪਈਆਂ ਨੂੰ ਵੀ 3 ਦਿਨ ਹੋ ਗਏ ਔਰ ਅਜੇ ਤੱਕ ਕਾਊਂਟਿੰਗ ਹੀ ਕਿੱਦਾਂ ਚੱਲੀ ਜਾਂਦੀ ਹੈ ਵੀ ਅਮਰੀਕਾ ਵਰਗਾ ਮੁਲਕ ਹੋਵੇ ਜਿੱਥੇ ਕਿ ਟੈਕਨੋਲੋਜੀ ਆ ਜਿਹੜੀ ਇੰਨੀ ਐਡਵਾਂਸਡ ਆ, ਪਰ ਜਦੋਂ ਵੋਟਾਂ 'ਤੇ ਗੱਲ ਆਉਂਦੀ ਹੈਗੀ ਆ ਵੀ ਅਜੇ ਤੱਕ ਆ ਜਿਹੜੀਆਂ ਉਹ ਵੋਟਾਂ ਗਿਣਤੀ ਆ ਜਿਹੜੀ ਉਹ ਚੱਲ ਰਹੀ ਆ। ਕੁਛ ਇੱਕ ਸਟੇਟਾਂ ਨੇ ਅਜੇ ਤੱਕ ਉਹ ਫਾਈਨਲ ਰਿਜ਼ਲਟ ਨਹੀਂ ਡਿਕਲੇਅਰ ਕੀਤੇ। ਉਹਦਾ ਕੀ ਕਾਰਨ ਹੈ? ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਆ ਵੀ ਇੱਥੇ ਜਿਹੜੀ ਇਲੈਕਸ਼ਨਸ ਹੁੰਦੀਆਂ ਆ ਨਾ, ਉਹ ਸਟੇਟ ਮੈਟਰ ਆ, ਉਹ ਫੈਡਰਲ ਮੈਟਰ ਨਹੀਂ ਹੈ। ਹਰ ਇੱਕ ਸਟੇਟ ਦੇ ਆਪਣੇ ਆਪਣੇ ਕਾਨੂੰਨ ਆ, ਪਰ ਉਹ ਕਾਨੂੰਨ ਆ ਜਿਹੜੇ ਫੈਡਰਲ ਗੌਰਮੈਂਟ ਨੇ ਸਟੈਂਡਰਡ ਬਣਾਏ ਹੋ ਆ, ਉਹ ਸਟੈਂਡਰਡ ਦੇ ਬੇਸ ਦੇ ਉੱਤੇ ਹਰ ਇੱਕ ਸਟੇਟ ਆ ਜਿਹੜੀ ਉਹ ਕਾਨੂੰਨ ਬਣਾਉਂਦੀ ਆ। ਜਿਹੜੀਆਂ ਡੈਮੋਕ੍ਰੈਟਿਕ ਸਟੇਟਸ ਹੈਗੀਆਂ ਆ, ਜਿਨ੍ਹਾਂ ਨੂੰ ਕਿ ਲਿਬਰਲ ਦਾ ਨਾਂ ਦਿੱਤਾ ਜਾਂਦਾ ਆ, ਉਹ ਉਹਨਾਂ ਦੀ ਆਪਣੀ ਸੋਚ ਆ। ਜਿਹੜੀਆਂ ਰਿਪਬਲਿਕਨ ਆ, ਉਹਨਾਂ ਦੀ ਆਪਣੀ ਸੋਚ ਆ। ਫਰਕ ਇੱਕ ਚੀਜ਼ ਦਾ ਹੈਗਾ ਆ ਪਈ, ਉਹ ਇਹ ਆ ਪਈ ਵੋਟਰ ਸਪਰੈਸ਼ਨ ਆ ਜਿਹੜਾ ਉਹ ਡਿਫਰੈਂਟ ਸ਼ੇਪਸ ਦੇ ਵਿੱਚ ਇੰਪਲੀਮੈਂਟ ਹੋ ਰਿਹਾ। ਪਰ ਵੋਟਰ ਸਪਰੈਸ਼ਨ ਹੈ, ਇਟਸ ਏ ਟੋਟਲੀ ਡਿਫਰੈਂਟ ਮੈਟਰ। ਆਪਾਂ ਇੱਕ ਅੱਧੇ ਸ਼ੋਅ ਦੇ ਵਿੱਚ ਉਹ ਡਿਸਕਸ ਕਰਾਂਗੇ, ਜ਼ਰੂਰ ਕਰਾਂਗੇ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਅੰਡਰਸਟੈਂਡ ਕਰਨਾ ਵੀ ਵਾਟ ਇਜ਼ ਵੋਟਰ ਸਪਰੈਸ਼ਨ। ਕਿਉਂਕਿ ਸਾਡੇ ਹੁੰਦਾ ਸਾਨੂੰ ਪਤਾ ਹੈ, ਪਰ ਉਹਨੂੰ ਡਿਫਾਈਨ ਕਿੱਦਾਂ ਕਰਨਾ, ਇੱਥੇ ਕਿੱਦਾਂ ਹੁੰਦਾ ਆ ਇੰਨੇ ਪੜ੍ਹੇ ਲਿਖੇ ਮੁਲਕ ਦੇ ਵਿੱਚ ਜਿੱਥੇ ਇੰਨੀ ਐਡਵਾਂਸ ਟੈਕਨੋਲੋਜੀ ਹੋਵੇ ਔਰ ਬੰਦੇ ਵੀ ਆ ਜਿਹੜੇ ਕੰਪੈਰੇਟਿਵਲੀ ਮੋਰ ਐਜੂਕੇਟਿਡ ਹੋਣ, ਪਰ ਉਹਨਾਂ ਦੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਵੋਟਰ ਸਪਰੈਸ਼ਨ ਹੋਵੇ। ਸੋ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਇਸ ਵੇਲੇ ਅਸੀਂ ਇੱਕ ਸਾਈਡ ਦੇ ਉੱਤੇ ਰੱਖੀਏ। ਹੁਣ ਸਵਾਲ ਆ ਜਾਂਦਾ ਹੈਗਾ ਆ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਅਜੇ ਤੱਕ ਕਿਉਂ ਨਹੀਂ ਡਿਸਾਈਡ ਹੋਈ। ਕੁਛ ਇੱਕ ਸਟੇਟਾਂ ਆ ਜਿਨ੍ਹਾਂ ਦੇ ਵਿੱਚ ਲਾਅ ਜਿਹੜਾ ਉਹ ਇਹ ਕਹਿੰਦਾ ਪਈ ਯੂ ਹੈਵ ਟੂ ਮੇਲ ਇਨ ਯੂਰ ਬੈਲਟ। ਜਿਹਦਾ ਮਤਲਬ ਇਹ ਆ ਵੀ ਬੈਲਟ ਤੁਹਾਡੇ ਘਰ ਆਉਣੀ ਆ, ਉਹਦੇ ਉੱਤੇ ਉਹਨਾਂ ਨੇ ਨਾਮ ਵਗੈਰਾ ਸਭ ਕੁਝ ਲਿਖਿਆ ਹੋਣਾ। ਤੁਸੀਂ ਆਪਣੇ ਘਰ ਬੈਠ ਕੇ ਉਹਨੂੰ ਫਿਲ ਕਰਕੇ ਉਹਨਾਂ ਨੇ ਇੱਕ ਲਿਫਾਫਾ ਦੇਣਾ, ਉਸ ਲਿਫਾਫੇ 'ਚ ਪਾ ਕੇ ਫਿਰ ਉਹਦੇ ਉੱਤੇ ਇੱਕ ਹੋਰ ਲਿਫਾਫਾ ਦੇਣਾ, ਫਿਰ ਤੁਸੀਂ ਉਹ 'ਚ ਪਾਉਣਾ, ਫਿਰ ਉਹਨੂੰ ਮੇਲ ਕਰਨਾ। ਹੁਣ 3 ਨਵੰਬਰ ਦੀ ਜਿਹੜੀ ਉਹ ਕੱਟ ਆਫ ਡੇਟ ਆ, 3 ਨਵੰਬਰ ਤੱਕ ਜਿਹੜਾ ਵੀ ਬੰਦਾ ਆ, ਫਾਰ ਐਗਜ਼ਾਮਪਲ ਉਦਾਹਰਣ ਦੇ ਤੌਰ 'ਤੇ ਮੇਰੇ ਘਰ ਵੋਟ ਐਡਵਾਂਸ ਆ ਗਈ, ਪਰ ਮੈਂ 3 ਨਵੰਬਰ ਤੱਕ ਉਹਦਾ ਕੁਛ ਨਹੀਂ ਕੀਤਾ। 3 ਨਵੰਬਰ ਦੀ ਆਖਰੀ ਮੇਲ ਆ ਜਿਹੜੀ ਉਹ 5 ਵਜੇ ਨਿਕਲਦੀ ਆ, ਜਾਂ ਕੁਛ ਕੁ ਥਾਵਾਂ ਹੈਗੀਆਂ ਜਿਹੜੇ ਮੇਨ ਪੋਸਟ ਆਫਿਸ ਹੈਗੇ ਆ, ਉੱਥੇ ਰਾਤ ਦੇ 12 ਵਜੇ ਤੱਕ ਮੇਲ ਆ ਜਿਹੜੀ ਉਹ ਰਿਸੀਵ ਕਰਦੇ ਆ। ਸੋ ਲੈਟ ਅਸ ਅਸਿਊਮ ਵੀ ਅਸੀਂ 5 ਵਜੇ ਦੇ ਨਾਲ ਚੱਲੀਏ, 12 ਆ ਜਿਹੜਾ ਰਾਤ ਦਾ ਉਹ ਵੀ ਛੱਡ ਦਿਓ ਤੁਸੀਂ। 5 ਨਵੰਬਰ 3 ਨੂੰ 5 ਵਜੇ ਜਿਹੜੀ ਵੋਟ ਆ ਉਹ ਮੇਲ 'ਚ ਪਾਈ ਗਈ ਆ। ਡਿਲੀਵਰ ਹੋਣ ਨੂੰ ਜਿਹੜਾ ਵੀ ਤੁਹਾਡਾ ਲੋਕਲ ਇਲੈਕਟੋਰਲ ਆਫਿਸ ਹੈਗਾ ਆ, ਜਿੱਥੇ ਵੋਟਾਂ ਦੀ ਗਿਣਤੀ ਹੁੰਦੀ ਆ, ਉੱਥੇ ਤੱਕ ਜਾਣ ਨੂੰ 2 ਤੋਂ 3 ਦਿਨ, ਮੇਬੀ 4 ਦਿਨ ਲੱਗ ਸਕਦੇ ਆ। ਹੁਣ ਉਹ ਜਿਹੜੀ ਵੋਟ ਆ, ਕਿਉਂਕਿ ਬਾਏ ਲਾਅ ਐਵਰੀ ਵੋਟ ਮਸਟ ਬੀ ਕਾਊਂਟਡ, ਹਰ ਇੱਕ ਵੋਟ ਹੈ ਜਿਹੜੀ ਉਹ ਗਿਣ ਹੋਣੀ ਚਾਹੀਦੀ ਹੈ, ਕਾਨੂੰਨ ਕਹਿੰਦਾ। ਹੁਣ ਉਹ ਜਿਹੜੀ ਵੋਟ ਹੈਗੀ ਆ, ਉਹਨਾਂ ਦੀ ਜਿਹੜੀ ਰਿਸੀਵਿੰਗ ਦੀ ਡੇਟ ਹੈਗੀ ਆ, ਉਹ ਸਟੇਟ ਟੂ ਸਟੇਟ ਫਿਰ ਡਿਫਰੈਂਟ ਆ। ਕੁਛ ਇੱਕ ਸਟੇਟਾਂ ਉਹਨਾਂ ਦੇ ਵਿੱਚ ਕੱਟ ਆਫ ਡੇਟ ਆ ਜਿਹੜੀ ਉਹ ਫਰਾਈਡੇ ਆ, ਪਰ ਕੁਛ ਇੱਕ ਸਟੇਟਾਂ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੱਟ ਆਫ ਡੇਟ ਆ ਜਿਹੜੀ ਉਹ ਮੰਡੇ ਕੀਤੀ। ਕਿਉਂ ਕੀਤੀ? ਉਹ ਕੋਵਿਡ ਕਰਕੇ ਕੀਤੀ। ਲੋਕੀ ਆ ਜਿਹੜੇ ਭਈ ਲਾਈਨਾਂ 'ਚ ਖੜਨਗੇ, ਬਿਮਾਰ ਹੋਣਗੇ, ਸੋ ਉਹ ਨੰਬਰ ਘਟਾਉਣ ਵਾਸਤੇ ਉਹਨਾਂ ਨੇ ਸਟੇਟਸ ਨੇ ਇਹ ਪ੍ਰੋਸੈਸ ਆ ਜਿਹੜੀ ਉਹ ਦੂਈ ਤਰ੍ਹਾਂ ਕੀਤੀ। ਔਰ ਇਸ ਪ੍ਰੋਸੈਸ ਨੂੰ ਅਲਟੀਮੇਟਲੀ ਸਿਰੇ ਚਾੜਨ ਵਾਸਤੇ that is what is taking time. ਫਾਰ ਐਗਜ਼ਾਮਪਲ ਆਪਣਾ ਪੈਨਸਿਲਵੇਨੀਆ ਇਸ ਵੇਲੇ, ਮੈਂ ਉਦਾਹਰਣ ਦੇ ਤੌਰ ਦੇ ਉੱਤੇ ਲੈ ਰਿਹਾ ਕਿਉਂਕਿ ਇਸ ਵੇਲੇ ਪੈਨਸਿਲਵੇਨੀਆ ਇਜ਼ ਦਾ ਮੋਸਟ ਕੰਟੈਸਟਡ, ਔਰ ਪੈਨਸਿਲਵੇਨੀਆ ਸਟੇਟ ਹੈ ਜਿਹੜੀ ਇਟ ਇਜ਼ ਗੋਇੰਗ ਟੂ ਗੋ ਆਲ ਦਾ ਵੇ ਟੂ ਦਾ ਸੁਪਰੀਮ ਕੋਰਟ, ਪ੍ਰੋਬੈਬਲੀ, ਨਾਟ ਡੈਫੀਨਿਟਲੀ ਬਟ ਪ੍ਰੋਬੈਬਲੀ, ਕਿਉਂਕਿ ਐਜ਼ ਫਾਰ ਐਜ਼ ਪ੍ਰੈਜ਼ੀਡੈਂਟ ਟਰੰਪ ਇਜ਼ ਕੰਸਰਨਡ, ਉਹਨਾਂ ਨੇ ਤਕਰੀਬਨ $60 ਮਿਲੀਅਨ ਕਲੈਕਟ ਕਰਨ ਦੀ
ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਹੈਗੀ ਆ ਉਹਨਾਂ ਨੇ ਤਕਰੀਬਨ ਅੱਜ ਡਿਕਲੇਅਰ ਕਰ ਦਿੱਤਾ ਆ ਵੀ ਦੇ ਆਰ ਗੋਇੰਗ ਟੂ ਕਲੈਕਟ $60 ਮਿਲੀਅਨ ਕੇਸ ਵਗੈਰਾ ਲੜਨ ਵਾਸਤੇ। ਔਰ ਇੱਕ ਸਿਨੈਰੀਓ ਜਿਹੜਾ 2000 ਦਾ ਉਹ ਬਿਲਕੁਲ ਸਾਹਮਣੇ ਆਉਂਦਾ ਆ, ਪਰ ਉਹ ਅਗੇਨ ਇਟ ਗੋਜ਼ ਡਾਊਨ ਟੂ ਡਿਫਰੈਂਟ ਸਿਨੈਰੀਓਜ਼, ਜੋ ਕਿ ਅੱਜ ਦੇ ਸ਼ੋਅ ਦਾ ਜਿਹੜਾ ਇਸ਼ੂ ਉਹ ਨਹੀਂ ਹੈਗਾ। ਅੱਜ ਦੇ ਸ਼ੋਅ ਦਾ ਇਸ਼ੂ ਆ ਵੋਟਾਂ ਪੇ ਅਜੇ ਤੱਕ ਰਿਜ਼ਲਟ ਕਿਉਂ ਨਹੀਂ ਹੋਏ। ਹੁਣ ਪੈਨਸਿਲਵੇਨੀਆ ਦੇ ਵਿੱਚ ਲੈਟ ਅਸ ਅਸਿਊਮ ਕਿ ਟੋਟਲ ਵੋਟ ਆ ਜਿਹੜੀ ਉਹ ਹੈਗੀ ਆ 10 ਲੱਖ ਦੀ, ਉਹਦੇ ਵਿੱਚੋਂ 6 ਲੱਖ ਵੋਟਾਂ ਪੈ ਗਈਆਂ। ਜਿਹੜੀਆਂ 6 ਲੱਖ ਵੋਟਾਂ ਪਈਆਂ ਦੋਨਾਂ ਦੇ ਵਿੱਚ ਜਿਹੜਾ ਮਾਰਜਨ ਆ, ਫਰਕ ਆ, ਉਹ ਸਿਰਫ 3000 ਵੋਟਾਂ ਦਾ ਆ। ਹੁਣ ਜਿਹੜੀਆਂ 6 ਲੱਖ ਵੋਟਾਂ ਪਈਆਂ ਉਹਨਾਂ ਵਿੱਚੋਂ 50000 ਵੋਟ ਆ ਜਿਹੜੀ ਬਾਈ ਮੇਲ ਆ, ਬਾਕੀ ਪਰਸਨਲੀ ਆ। ਸੋ ਜਿਹੜੀ 5.5 ਲੱਖ ਵੋਟ ਆ ਉਹ ਤਾਂ ਕਾਊਂਟ ਹੋ ਗਈ, ਪਰ 50000 ਅਜੇ ਹੋਈ ਨਹੀਂ। ਔਰ ਕਿਉਂਕਿ 50000 ਅਜੇ ਹੋਈ ਨਹੀਂ ਅਤੇ 3000 ਦਾ ਫਰਕ ਹੋਣ ਕਰਕੇ ਉਹ 50000 ਦੀ ਗਿਣਤੀ ਆ ਜਿਹੜੀ ਉਹ ਜ਼ਰੂਰੀ ਆ। ਪਰ ਜੇ ਉਹੀ ਮਾਰਜਨ ਆ ਜਿਹੜਾ ਉਹ 50000 ਵੋਟਾਂ ਤੋਂ ਵੱਧਦਾ ਹੁੰਦਾ, ਲੈੜਾ ਸੇ ਵੀ 75000 ਦਾ ਹੁੰਦਾ ਜਾਂ ਲੱਖ ਦਾ ਹੁੰਦਾ, ਤਾਂ ਜਿਹੜੇ ਵੀ ਬੰਦੇ ਕੋਲ ਲੱਖ ਵੋਟ ਜ਼ਿਆਦਾ ਸੀ ਜਾਂ 75000 ਜ਼ਿਆਦਾ ਸੀ ਉਹਨਾਂ ਨੇ ਉਹ ਟੈਂਟੇਟਿਵ ਵਿਨਰ ਡਿਕਲੇਅਰ ਕਰ ਦੇਣਾ ਸੀ। ਪਰ ਕਿਉਂਕਿ ਮਾਰਜਨ ਘੱਟ ਆ, ਇਸ ਕਰਕੇ ਉਹ ਜਿਹੜੀ ਗਿਣਤੀ ਆ, ਜਿੰਨਾ ਚਿਰ ਉਹ ਸਾਰੀ ਗਿਣਤੀ ਨਹੀਂ ਹੁੰਦੀ ਉਨਾ ਚਿਰ ਉਹ ਨਹੀਂ ਡਿਕਲੇਅਰ ਹੋਣੀ, ਪਹਿਲੀ ਗੱਲ। ਦੂਜੀ ਗੱਲ, ਕੁਛ ਸਟੇਟਸ ਦੇ ਵਿੱਚ ਇੱਕ ਲਾਅ ਆ, ਉਹ ਇਹ ਕਹਿੰਦੇ ਆ ਭਈ ਤੁਸੀਂ ਜੇ ਤੁਹਾਡਾ ਵਿਨਰ ਅਤੇ ਲੂਜ਼ਰ ਦਾ ਮਾਰਜਨ ਆ ਨਾ ਜਿਹੜਾ, ਉਹਦੀ ਪਰਸੈਂਟੇਜ ਆ ਉਹ ਨਹੀਂ ਰੱਖੀ। ਜੇ ਉਹ ਮਾਰਜਨ ਉਹ 1% ਤੋਂ ਘੱਟ ਆ ਤਾਂ ਆਟੋਮੈਟਿਕਲੀ ਰੀਕਾਊਂਟ ਕਿਕ ਇਨ ਹੁੰਦਾ। ਜਿਹਦਾ ਮਤਲਬ ਇਹ ਆ ਭਈ ਭਾਵੇਂ ਦੋਨਾਂ ਵਿੱਚੋਂ ਇੱਕ ਕੈਂਡੀਡੇਟ ਹੈ ਜਿਹੜੀਆਂ ਉਹਦੇ ਕੋਲ ਵੋਟਾਂ ਜ਼ਿਆਦਾ ਆ, ਪਰ ਜਿਹੜਾ ਵਿਨਿੰਗ ਅਤੇ ਲੂਜ਼ਿੰਗ ਦਾ ਮਾਰਜਨ ਆ ਉਹ ਟੋਟਲ ਵੋਟ ਤੋਂ ਦੇ 1% ਤੋਂ ਘੱਟ ਆ, ਉਹ ਰੀਕਾਊਂਟ ਕਰਦੇ। ਰੀਕਾਊਂਟ ਉਹ ਇਸ ਕਰਕੇ ਕਰਦੇ ਆ ਵੀ ਜਿਹੜੀ ਕਾਊਂਟਿੰਗ ਆ ਉਹ ਪ੍ਰੋਪਰ ਹੋਈ ਆ, ਚਾਹੇ ਉਹ ਪੇਪਰ ਬੈਲਟ ਆ ਚਾਹੇ ਉਹ ਇਲੈਕਟ੍ਰੋਨਿਕ ਬੈਲਟ ਆ। ਇਹ ਸਾਰੀਆਂ ਵੋਟਾਂ ਜਿਹੜੀਆਂ ਆ ਉਹਨਾਂ ਦੀ ਸਹੀ ਕਾਊਂਟਿੰਗ, ਔਰ ਜਿੱਥੇ ਉਹ ਬੰਦਾ ਜਿਹਨੇ ਵੋਟ ਪਾਈ ਆ, ਜਿਹੜੀ ਉਹਦੀ ਇੱਛਾ ਆ ਵੀ ਕਿਹਨੂੰ ਵੋਟ ਜਾਵੇ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕੰਮ ਆ ਜਿਹੜਾ ਕੀਤਾ ਜਾਂਦਾ। ਔਰ ਇੱਥੇ ਇੱਕ ਹੋਰ ਚੀਜ਼ ਆ ਜਿਹੜੀ ਨਾ ਉਹ ਬਹੁਤ ਜ਼ਰੂਰੀ ਆ ਡਿਸਕਸ ਕਰਨ ਵਾਲੀ, ਉਹ ਇਹ ਆ ਭਈ ਕਈ ਵਾਰੀ ਗੱਲ ਕਰਦੇ ਜੀ ਇੰਡੀਆ ਦੇ ਵਿੱਚ ਦੇਖੋ ਜੀ, ਜਿਉਂ ਹੀ ਵੋਟਾਂ ਬੰਦ ਹੁੰਦੀਆਂ ਉਸੇ ਵੇਲੇ ਉਹ ਤੋਂ ਬਾਅਦ ਉਹ ਰਿਜ਼ਲਟ ਫਟਾਫਟ ਡਿਕਲੇਅਰ ਕਰ ਦਿੰਦੇ ਆ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਆ ਜਿਹੜੀਆਂ। ਇੱਕ ਚੀਜ਼ ਸਾਨੂੰ ਨਹੀਂ ਭੁੱਲਣੀ ਚਾਹੀਦੀ ਵੀ ਇੰਡੀਆ ਦੇ ਵਿੱਚ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਆ ਔਰ EVM ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਸ਼ਰੇਆਮ ਉਹਨਾਂ ਨੂੰ ਚੈਲੰਜ ਕੀਤਾ ਜਾ ਰਿਹਾ ਵੀ ਉਹਨਾਂ 'ਚ ਫਰਾਡ ਕੀਤਾ ਜਾਂਦਾ। ਇੱਥੇ ਜਿਹੜੀ ਪ੍ਰੋਸੈਸ ਹੈਗੀ ਆ ਉਹ ਡਿਫਰੈਂਟ ਆ। ਪ੍ਰੋਸੈਸ ਇੱਦਾਂ ਡਿਫਰੈਂਟ ਆ ਭਈ ਵੋਟ ਆ ਜਿਹੜੀ ਕਾਊਂਟਿੰਗ ਮਸ਼ੀਨਾਂ ਨਹੀਂ ਕਰਨੀ, ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਜਦੋਂ ਤੁਸੀਂ ਵੋਟ ਪਾਉਣ ਜਾਂਦੇ ਆ ਤੁਹਾਨੂੰ ਕੋਈ ID ਦਿਖਾਉਣ ਦੀ ਲੋੜ ਨਹੀਂ। ਈਵਨ ਦਾ ਕੁਛ ਇੱਕ ਰਿਪਬਲਿਕਨ ਸਟੇਟਸ ਨੇ ਹੁਣ ID ਰਿਕੁਆਇਰ ਕਰ ਦਿੱਤੀ ਆ, ਔਰ ਉਹ ਇਸ ਕਰਕੇ ਕੀਤੀ ਆ ਕਿ ਵੋਟਰ ਸੁਪਰੈਸ਼ਨ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ, ਦੈਟਸ ਅਨਦਰ ਵੇ ਆਫ ਇਟ। ਔਰ ਹੁੰਦਾ ਕੀ ਆ ਵੀ ਜਦ ਤੁਸੀਂ ਜਾਂਦੇ ਆ ਉਹਨਾਂ ਦੇ ਕੋਲ ਆਲਰੇਡੀ, ਜਦੋਂ ਤੁਸੀਂ ਆਪਣੀ ਵੋਟ ਰਜਿਸਟਰ ਕੀਤੀ ਤੁਹਾਡੇ ਸਿਗਨੇਚਰ ਉਹਨਾਂ ਕੋਲ ਆਲਰੇਡੀ ਹੈਗੇ ਆ। ਜਦੋਂ ਉਹਨਾਂ ਨੇ ਤੁਹਾਨੂੰ ਵੋਟ ਦੇਣੀ ਆ ਪੋਲ ਕਰਨੇ ਨੂੰ, ਉਹ ਪੇਪਰ ਬੈਲਟ ਹੁੰਦਾ। ਐਂਡ ਆਮ ਟਾਕਿੰਗ ਅਬਾਊਟ ਜਦ ਜਾ ਕੇ ਕਰਦੇ ਆ, ਜਿਹੜੀ ਘਰ ਮੇਲ 'ਚ ਆਉਂਦੀ ਉਹ 'ਚ ਵੀ ਸਿਗਨੇਚਰ ਲਈ ਜਗ੍ਹਾ ਬਣੀ ਹੁੰਦੀ ਆ, ਪਰ ਪਹਿਲਾਂ ਆਪਾਂ ਜਿਹੜੀ ਜਾ ਕੇ ਕਰਦੇ ਉਹਦੀ ਗੱਲ ਕਰ ਲਈਏ। ਤੁਸੀਂ ਉੱਥੇ ਜਾਂਦੇ ਹੋ, ਜਾ ਕੇ ਦੱਸਦੇ ਹੋ ਭਈ ਜੀ ਮੈਂ ਹਰਪ੍ਰੀਤ ਸਿੰਘ ਤੂਰ ਹਾਂ, ਉਹ ਕਹਿੰਦੇ ਅੱਛਾ ਠੀਕ ਹੈ ਜੀ, ਐਡਰੈਸ ਬੋਲੋ ਤੁਹਾਡਾ ਕੀ ਆ, ਤੁਸੀਂ ਆਪਣਾ ਐਡਰੈਸ ਦੱਸ ਦਿੱਤਾ, ਡੇਟ ਆਫ ਬਰਥ ਤੁਹਾਡੀ ਬੋਲੋ ਕੀ ਹੈ ਜੀ, ਤੁਸੀਂ ਆਪਣੀ ਡੇਟ ਆਫ ਬਰਥ ਦੱਸ ਦਿੱਤੀ, ਠੀਕ ਹੈ ਜੀ। 3 ਚੀਜ਼ਾਂ ਹੋ ਗਈਆਂ। ਹੁਣ ਤਿੰਨੇ ਚੀਜ਼ਾਂ ਹੈ ਜਿਹੜੀਆਂ ਕੰਬੀਨੇਸ਼ਨ ਆ ਜਿਹੜਾ ਨਾ, ਇਹ ਕਿਸੇ ਬਾਹਰਲੇ ਬੰਦੇ ਨੂੰ ਪਤਾ ਹੋਣਾ ਜਿਹੜਾ ਉਹਦੇ ਚਾਂਸਸ ਘੱਟ ਹੁੰਦੇ ਆ। ਪਰ ਫਿਰ ਵੀ ਹੁੰਦਾ ਕੀ ਆ ਭਈ ਉਹ ਉਸ ਵੇਲੇ ਜਦ ਤੁਹਾਡਾ ਤੁਸੀਂ ਦੱਸਦੇ ਆ ਨਾ ਜੀ, ਉਹ ਤੁਹਾਡੀ ਵੋਟ ਆ ਜਿਹੜੀ ਤੁਸੀਂ ਵੋਟਰ ਰਜਿਸਟ੍ਰੇਸ਼ਨ ਆ ਜਿਹੜਾ ਫਾਰਮ ਆ, ਉਹਦੇ ਤੋਂ ਤੁਹਾਡੇ ਸਿਗਨੇਚਰ ਆ ਜਿਹੜੇ ਉਹਨਾਂ ਦੇ ਸਾਹਮਣੇ ਆ ਜਾਂਦੇ ਆ। ਉਹ ਜਿਹੜੇ ਬੈਠੇ ਆ ਨਾ ਕਰਮਚਾਰੀ ਜਿਹੜੇ ਵੋਟ ਪਾਉਣ ਨੂੰ ਬੈਠੇ ਆ, ਉਹਨਾਂ ਦੇ ਕੋਲ ਜਿਹੜੀ ਸਕਰੀਨ, ਉਹ ਸਕਰੀਨ ਦੇ ਉੱਤੇ ਤੁਹਾਡੇ ਸਿਗਨੇਚਰ ਆ ਗਏ।
ਤੁਹਾਡੇ ਵਾਲੇ ਇੱਕ ਸਕਰੀਨ ਹੈ, ਤੁਸੀਂ ਉਸ ਸਕਰੀਨ ਦੇ ਉੱਤੇ ਆਪਣੇ ਸਿਗਨੇਚਰ ਕਰਨੇ ਆ। ਜੇ ਤੁਹਾਡੇ ਕੀਤੇ ਹੋਏ ਸਿਗਨੇਚਰ ਜਿਹੜੇ ਉਹਨਾਂ ਕੋਲ ਸਿਗਨੇਚਰ ਹੈ ਉਹ ਮੈਚ ਕੀਤੇ ਤਾਂ ਉਹਨਾਂ ਨੇ ਤੁਹਾਨੂੰ ਵੋਟਰ ਫਾਰਮ ਆ ਜਿਹੜਾ ਪ੍ਰਿੰਟ ਕਰਕੇ ਦੇਣਾ, ਉਹਨਾਂ ਨੇ ਉਸ ਵੇਲੇ ਓਕੇ ਕਰਨੀ ਆ। ਓਕੇ ਹੋਣ ਤੋਂ ਬਾਅਦ ਉੱਥੇ ਪ੍ਰਿੰਟਰ ਲੱਗਾ ਆ, ਪ੍ਰਿੰਟਰ ਨੇ ਫਾਰਮ ਕੱਢ ਦੇਣਾ। ਫਾਰਮ ਦੇ ਉੱਤੇ ਹਰ ਇੱਕ ਦਾ ਨਾਂ ਹੁੰਦਾ ਆ, ਉਹਦੇ ਮੂਹਰੇ ਪੁਆਇੰਟ ਬਣਿਆ ਹੁੰਦਾ। ਤੁਹਾਨੂੰ ਉਹ ਪੈਨ ਦਿੰਦੇ ਆ, ਤੁਸੀਂ ਸਾਈਡ 'ਤੇ ਜਾਂਦੇ ਆ, ਉਹਨਾਂ ਨੇ ਆਈਸੋਲੇਟਡ ਜੀ ਉਹ ਕਿਊਬਿਕਲ ਜਿਹਾ ਸਾਈਡਾਂ ਦੇ ਉੱਤੋਂ ਤਿੰਨਾਂ ਸਾਈਡਾਂ ਤੋਂ ਬੰਦ ਕੀਤਾ, ਛੋਟੇ ਤੁਸੀਂ ਕੱਢਦੇ ਆ, ਉਹ ਨਿਸ਼ਾਨ ਵਗੈਰਾ ਲਾ ਕੇ ਤਾਂ ਫਿਰ ਕੀ ਹੁੰਦਾ ਆ, ਤੁਸੀਂ ਮੁੜ ਕੇ ਇੱਕ ਸਕੈਨਰ 'ਤੇ ਜਾਂਦੇ ਹੋ। ਉਹ ਸਕੈਨਰ ਦੇ ਉੱਤੇ ਤੁਸੀਂ ਉਹ ਜਿਹੜਾ ਪੇਪਰ ਬੈਲਟ ਆ ਉਹਨੂੰ ਜਦ ਤੁਸੀਂ ਪਾਉਂਦੇ ਹੋ, ਉਹ ਸਕੈਨਰ ਫਿਰ ਉਹਨੂੰ ਰੀਡ ਕਰਦਾ। ਸਕੈਨਰ ਰੀਡ ਕਰਕੇ ਇੱਕ ਤਾਂ ਉਹ ਉਸੇ ਵੇਲੇ ਤੁਹਾਨੂੰ ਦੱਸ ਦਿੰਦਾ ਵੀ ਤੁਹਾਡੀ ਵੋਟ ਹੈ ਜਿਹੜੀ ਉਹ ਤੁਸੀਂ ਸਹੀ ਤਰ੍ਹਾਂ ਮਾਰਕ ਕਰ ਲਈ ਹੈ। ਜੇ ਕਿਤੇ ਵਿੱਚ ਕੋਈ ਗਲਤੀ ਹੈ ਤਾਂ ਉਹ ਤੁਹਾਨੂੰ ਸਵਾਲ ਪੁੱਛਦਾ। ਜੇ ਉਹਦੇ ਵਿੱਚ ਕੋਈ ਐਰਰ ਹੈਗੀ ਆ ਤਾਂ ਉਹ ਉਹਨੂੰ ਬਾਹਰ ਕੱਢ ਦਿੰਦਾ ਆ, ਤੁਹਾਨੂੰ ਦੱਸਣ ਨੂੰ ਵੀ ਭਾਈ ਇਹਦੇ ਵਿੱਚ ਐਰਰ ਹੈਗੀ ਆ, ਕਰੈਕਟਡ, ਜਾਂ ਉਹਦਾ ਜਵਾਬ ਪੁੱਛਦੇ ਆ। ਔਰ ਉਸ ਤੋਂ ਬਾਅਦ ਜਦੋਂ ਸਾਰੇ ਤੁਸੀਂ ਸਵਾਲਾਂ ਦਾ ਜਵਾਬ ਦੇ ਦਿੰਦੇ ਹੋ, ਉਸ ਤੋਂ ਬਾਅਦ ਉਹ ਵੋਟ ਆ ਜਿਹੜੀ, ਉਹ ਪੇਪਰ ਆ ਜਿਹੜਾ, ਉਹ ਐਕਸੈਪਟ ਹੁੰਦਾ। ਔਰ ਉਹ ਐਕਸੈਪਟੈਂਸ ਕਿੱਥੇ ਹੁੰਦੀ ਆ? ਮਸ਼ੀਨ ਦੀ ਰੀਡਿੰਗ ਆ ਜਿਹੜੀ ਵੋਟਿੰਗ ਦੀ ਤੁਹਾਡੀ, ਉਹ ਆਟੋਮੈਟਿਕਲੀ ਮਸ਼ੀਨ ਰੀਡ ਕਰਦੀ ਆ, ਪਰ ਜਿਹੜਾ ਪੇਪਰ ਬੈਲਟ ਆ ਉਹ ਸਕੈਨਰ ਆ ਜਿਹੜਾ, ਉਹਦੇ ਥੱਲੇ ਸਟੋਰੇਜ ਰੂਮ ਬਣਿਆ ਹੈ ਜਿਹੜਾ ਕਿ ਸਿਕਿਉਰਡ ਆ, ਉਹ ਉਹਦੇ ਵਿੱਚ ਜਾ ਕੇ ਤਾਂ ਉਹ ਟਿਕ ਜਾਂਦਾ। ਪੇਪਰ ਟ੍ਰੇਲ ਹੋ ਗਈ, ਕਾਊਂਟਿੰਗ ਹੋ ਗਈ। ਹੁਣ ਸਿਰਫ ਤੇ ਸਿਰਫ ਵੇਟ ਇਹ ਹੋ ਰਹੀ ਆ ਵੀ ਜਿਹੜਾ ਬਾਏ ਮੇਲ ਆਈ ਹੋਈ ਹੈਗੀ ਆ ਉਹ ਮੇਲ ਨੂੰ ਖੋਲ੍ਹਣਾ, ਪੇਪਰ ਨੂੰ ਸਿੱਧਾ ਕਰਨਾ, ਸਕੈਨਰ 'ਚ ਫੀਡ ਕਰਨਾ, ਔਰ ਸਕੈਨਰ ਨੇ ਫਿਰ ਉਹਨੂੰ ਰੀਡ ਕਰਕੇ ਤੇ ਫਿਰ ਰਿਜ਼ਲਟ ਦੇਣੇ। ਔਰ ਜਦੋਂ ਇਹ ਪ੍ਰੋਸੈਸ ਹੋ ਰਹੀ ਹੁੰਦੀ ਆ ਉੱਥੇ ਡੈਫੀਨੇਟਲੀ ਇੱਕ ਦੋਨਾਂ ਪਾਰਟੀਆਂ ਦਾ ਇੱਕ ਇੱਕ ਬੰਦਾ ਬੈਠਾ ਹੁੰਦਾ ਔਰ ਉਹ ਦੇਖ ਰਿਹਾ ਹੁੰਦਾ ਹੈਗਾ ਆ। ਸੋ ਦਿਸ ਇਜ਼ ਦੀ ਪ੍ਰੋਸੈਸ। ਔਰ ਯੈਸ, ਇਟ ਇਜ਼ ਫਰਸਟ੍ਰੇਟਿੰਗ ਤੁਹਾਡੇ ਲਈ ਵੀ ਅਤੇ ਮੇਰੇ ਲਈ ਵੀ, ਅਤੇ ਜਿਹੜੇ ਵੀ ਹੋਰ ਵੀ ਪ੍ਰੋਗਰਾਮ ਨੂੰ ਵਾਚ ਕਰ ਰਹੇ ਆ ਉਹਨਾਂ ਵਾਸਤੇ ਵੀ ਦਿਸ ਇਜ਼ ਏ ਪ੍ਰੋਸੈਸ ਜਿਹੜੀ ਕਿ ਵਿਚ ਇਜ਼ ਫਰਸਟ੍ਰੇਟਿੰਗ, ਬਟ ਐਟ ਦਾ ਸੇਮ ਟਾਈਮ ਇਹ ਜਿਹੜੀ ਪ੍ਰੋਸੈਸ ਆ, ਇਹ ਪ੍ਰੋਸੈਸ ਇੱਕ ਇਸ ਤਰੀਕੇ ਦੀ ਪ੍ਰੋਸੈਸ ਆ ਵੀ ਇਹਦੇ ਵਿੱਚ ਫਰੋਡ ਕਰਨ ਦੇ ਚਾਂਸਸ ਆ ਜਿਹੜੇ ਜ਼ੀਰੋ ਤਕਰੀਬਨ ਹੈਗਾ ਆ। ਸੋ ਆਈ ਹੋਪ ਕਿ ਇਸ ਦੇ ਨਾਲ ਥੋੜ੍ਹਾ ਜਿਹਾ ਤੁਹਾਨੂੰ ਗਿਆਨ ਹੋ ਗਿਆ ਹੋਊਗਾ। ਯੂ ਮੇ ਹੈਵ ਗੇਨਡ ਸਮਥਿੰਗ, ਬਟ ਟਿਲ ਨੈਕਸਟ ਟਾਈਮ, ਗੁੱਡ ਨਾਈਟ and good luck.